ਸ਼ੇਰੇ ਬਾਰੇ ਪਤਾ ਕਦੋਂ ਲੱਗਿਆ ਸੀਗਾ ਕਿ ਸ਼ੇਰਾ ਇੱਧਰਲੇ ਪਾਸੇ ਨੂੰ ਚਲੇ ਗਿਆ? ਮੈਨੂੰ ਤਾਂ ਉਦੋਂ ਹੀ ਪਤਾ ਲੱਗਾ ਵੀ ਜਦੋਂ ਟੀਵੀ ਤੇ ਨਿਊਜ਼ ਆਈ। 1.5 ਸਾਲ ਬਾਅਦ ਉਸੇ ਕੋਈ ਨੇ ਮੈਨੂੰ ਆਖਤਾ ਵੀ ਮੁੰਡਾ ਭਈ ਤੇਰਾ ਸੰਭਾਲ ਲਵੇ। ਇਹ ਵੀ ਮੇਰਾ ਮੁੰਡਾ ਮੈਨੂੰ ਤੰਗ ਕਰਦਾ ਹੁੰਦਾ ਸੀ ਵੀ ਮੈਂ ਹੁਣ ਬੜਾ ਸੌਖੀ ਹਾਂ। ਹੁਣ ਉਹਦਾ ਅਥਰੂ ਹੁਣ ਤਾਂ ਦਿਹਾੜੀ 'ਤੇ ਜਦੋਂ ਬਾਹਰ ਫੋਟੋ ਵੇਖੀ ਦੀਆਂ ਅੰਦਰ ਫੋਟੋਆਂ ਲੱਗੀਆਂ ਜਾਂ ਅੰਦਰ ਵੜੀ ਦਾ ਤਾਂ ਵੀ ਅੱਖਾਂ 'ਚ ਅਥਰੂ ਆ ਜਾਂਦੇ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਕਿਸੇ ਖਿੱਤੇ ਦਾ ਭਵਿੱਖ ਜਾਣਨਾ ਹੋਵੇ ਤਾਂ ਉੱਥੋਂ ਦੇ ਗੀਤ ਜਿਹੜੇ ਨੇ ਤੁਹਾਨੂੰ ਭਲੀ ਭਾਂਤੀ ਸਾਰਾ ਕੁਝ ਬਿਆਨ ਕਰ ਦਿੰਦੇ ਨੇ, ਤੇ ਪੰਜਾਬ ਦੇ ਬਹੁਤੇ ਗੀਤ ਤੁਹਾਨੂੰ ਆਪਣੇ ਆਪ ਦੇ ਵਿੱਚ ਇੱਕ ਗੈਂਗਸਟਰ ਕਲਚਰ ਦੀਆਂ ਤਸਵੀਰਾਂ ਪੇਸ਼ ਕਰਦੇ ਹੋਏ ਦਿਖਾਈ ਦਿੰਦੇ ਨੇ। ਅੱਜ ਕੱਲ੍ਹ ਵੀ ਚੱਲ ਰਹੇ ਨੇ, ਪਰ ਕਿਤੇ ਨਾ ਕਿਤੇ ਕਿਸਾਨੀ ਮੁੱਦਾ ਵੀ ਚੱਲ ਰਿਹਾ, ਉਹਦੇ ਕਰਕੇ ਹੁਣ ਕਿਸਾਨੀ ਵਾਲੇ ਗੀਤ ਵੀ ਆਉਣੇ ਸ਼ੁਰੂ ਹੋਏ ਨੇ। ਪਰ ਇਸ ਸਾਰੇ ਸਿਸਟਮ ਦੇ ਵਿੱਚੋਂ ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਗਲੋਰੀਫਾਈ ਵਰਲਡ ਜਿਹੜਾ ਹੈਗਾ, ਗੈਂਗਸਟਰਿਜ਼ਮ ਜਿਹੜਾ ਹੈਗਾ, ਇਹਦੇ ਨਤੀਜੇ ਕਿਹੋ ਜਿਹੇ ਹੁੰਦੇ ਨੇ। ਅੱਜ ਮੇਰੇ ਨਾਲ ਦੋ ਅਜਿਹੇ ਸ਼ਖਸ ਮੌਜੂਦ ਨੇ ਜਿਨ੍ਹਾਂ ਨੇ ਉਹਨਾਂ ਦੇ ਅਸਲ ਨਤੀਜੇ ਜਿਹੜੇ ਨੇ ਭੁਗਤੇ ਹੋਏ ਨੇ ਕਿ ਕਿਸ ਤਰੀਕੇ ਦੇ ਨਾਲ ਜਦੋਂ ਗੈਂਗਸਟਰਾਂ ਦੀ ਗੱਲ ਆਉਂਦੀ ਹੈ ਦੇਖਣ ਨੂੰ ਤਾਂ ਬਹੁਤ ਕੁਝ ਚੰਗਾ ਲੱਗਦਾ, ਪਰ ਜਦੋਂ ਉਹਦੀ ਹਕੀਕਤ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਉਹ ਬਿਆਨ ਜਿਹੜੀ ਆ ਸ਼ਬਦਾਂ ਦੇ ਵਿੱਚ ਨਹੀਂ ਹੋ ਸਕਦੀ। ਇੱਕ ਪਾਸੇ ਮੇਰੇ ਨਾਲ ਸ਼ੇਰਾ ਖੁੱਬਣ ਦੇ ਪਿਤਾ ਨੇ, ਦੂਜੇ ਪਾਸੇ ਵਿੱਕੀ ਗੌਂਡਰ ਦੇ ਪਿਤਾ ਨੇ। ਦੋਹਾਂ ਦੇ ਕੋਲੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਨਤੀਜੇ ਕਿਹੋ ਜਿਹੇ ਨੇ, ਨਾਲ ਦੀ ਨਾਲ ਤੁਹਾਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਿਰਫ ਤੇ ਸਿਰਫ ਗਾਣਿਆਂ ਦੇ ਜ਼ਰੀਏ ਦੇਖ ਕੇ ਅਸੀਂ ਇਹਨਾਂ ਜ਼ਿੰਦਗੀਆਂ ਦੇ ਵੱਲਾਂ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹਦੇ ਨਤੀਜੇ ਵੀ ਤੁਹਾਨੂੰ ਜਾਣਨੇ ਪੈਣਗੇ ਕਿ ਉਹਦੇ ਨਤੀਜੇ ਕਿਹੋ ਜਿਹੇ ਨੇ। ਬਾਬਾ ਜੀ, ਸਭ ਤੋਂ ਪਹਿਲਾਂ ਤਾਂ ਬੜਾ ਦੁੱਖ ਦੀ ਗੱਲ ਹੈ ਕਿ ਇਸ ਪਾਸੇ ਕਿਸੇ ਆਪਣੇ ਪੁੱਤ ਨੂੰ ਜਾਂਦੇ ਹੋਏ ਦੇਖਣਾ। ਸਭ ਤੋਂ ਪਹਿਲੀ ਗੱਲ ਕਿ ਸ਼ੇਰੇ ਬਾਰੇ ਪਤਾ ਕਦੋਂ ਲੱਗਿਆ ਸੀਗਾ ਕਿ ਸ਼ੇਰਾ ਇੱਧਰਲੇ ਪਾਸੇ ਨੂੰ ਚਲੇ ਗਿਆ? ਇਹ 2008 ਦੇ ਵਿੱਚ ਲੱਗਾ ਸੀ ਬੇਟਾ ਪਤਾ, ਜਦੋਂ ਟੀਵੀ ਤੇ ਨਿਊਜ਼ ਆਈ। ਮੇਰੇ ਤੋਂ ਤਾਂ ਜਿੰਨੇ ਮੈਂ ਉਹਨੂੰ ਉਦੋਂ 20,000 ਰੁਪਈਆ ਮਹੀਨਾ ਡਾਈਟ ਦਿੰਦਾ ਸੀਗਾ, ਮੇਰੇ ਤੋਂ ਤਾਂ ਕਰਦਾ ਰਿਹਾ, ਆਪਦੇ ਗਲਤ ਕੰਮ ਵੀ ਕਰਦਾ ਰਿਹਾ, ਪਰ ਉਹ ਸ਼ਾਤਰ ਦਿਮਾਗ ਸੀਗਾ, ਮੇਰੇ ਤੋਂ ਪੈਸੇ ਲਈ ਗਿਆ ਵੀ ਕਿਤੇ ਡੈਡੀ ਨੂੰ ਪਤਾ ਨਾ ਲੱਗ ਜੇ। ਕੱਪੜੇ ਕੁੱਪੜੇ ਵੀ ਹਰ ਚੀਜ਼ ਮੇਰੇ ਕੋਲ ਪ੍ਰੋਪਰ ਲੈਂਦਾ ਰਿਹਾ। ਮੈਨੂੰ ਤਾਂ ਉਦੋਂ ਹੀ ਪਤਾ ਲੱਗਾ ਵੀ ਜਦੋਂ ਟੀਵੀ ਤੇ ਨਿਊਜ਼ ਆਈ ਜੀ। ਬੜੀ ਚੰਗੀ ਗੱਲ ਇਹ ਸੀ ਕਿ ਖਿਡਾਰੀ ਸੀ ਪਹਿਲਾਂ, ਤੇ ਖੇਡਾਂ ਵੱਲਾਂ ਰੁਝਾਨ ਸੀਗਾ, ਤੇ ਉਹ ਜ਼ਿੰਦਗੀ ਕਿਹੋ ਜਿਹੀ ਸੀ ਉਹਦੀ ਪਹਿਲਾਂ? ਬਹੁਤ ਇਕੱਲਾ ਖਿਡਾਰੀ ਵੀ ਨਹੀਂ ਸੀ, ਉਹ ਗਾਇਕ ਵੀ ਹੈਗਾ ਸੀ ਜਿਹੜਾ ਮਨਕੀਰ ਤੌਲਖ, ਇਹ ਵੀ ਉਹਦਾ ਹੈਗਾ ਹੈ ਚੇਲਾ ਹੀ ਸੀਗਾ, ਉਹਦੇ ਤੋਂ ਸਿੱਖਦਾ ਹੁੰਦਾ ਸੀਗਾ। ਜਿਹੜਾ ਗੁਰਨਾਮ ਭੁੱਲਰ, ਇਹ ਸਾਰੇ ਇਹ ਗੁਰਨਾਮ ਭੁੱਲਰ ਛੋਟੀ ਉਮਰ ਦਾ ਸੀ ਇਹਨਾਂ ਤੋਂ, ਅਤੇ ਇਹ ਰਿਸ਼ਤੇਦਾਰ ਨੇ ਸਾਡੇ। ਇਹ ਸਿੱਖਦੇ ਹੁੰਦੇ ਸੀ, ਬਹੁਤ ਮਤਲਬ ਹਸਮੁਖ ਸੀ। ਇਹ ਤਾਂ ਪਤਾ ਹੀ ਨਹੀਂ ਸੀ ਲੱਗਦਾ ਵੀ ਇਹ ਮੁੰਡਾ ਕਿਸੇ ਲੜਾਈ ਵਾਲੇ ਪਾਸੇ ਜਾ ਸਕਦਾ। ਹਾਂ, ਕਿਤੇ ਸਾਡੇ ਪਿੰਡ 'ਚ ਕਦੀ ਕਿਸੇ ਨੇ ਉਹਨੇ ਕਿਸੇ ਨੂੰ ਕਦੀ ਗਾਲ ਤੱਕ ਨਹੀਂ ਸੀ ਕੱਢੀ। ਤੁਸੀਂ ਜਾ ਕੇ ਅੱਜ ਵੀ ਰੁਪੈ ਸਕਦੇ ਜੇ ਵੀ ਬਹੁਤ ਹਸਮੁਖ ਸੀਗਾ, ਬੜੇ ਚੁਟਕਲੇ ਅਤੇ ਬੜੇ ਗੱਲਾਂ ਬਾਤਾਂ ਬੜੀਆਂ, ਹਮੇਸ਼ਾ ਹੀ ਖੁਸ਼ ਰਹਿੰਦਾ ਸੀ। ਉਹਦੇ ਦੋਸਤ ਨੇ, ਇਹਨਾਂ ਨੂੰ ਪੁੱਛ ਲਵੋ, ਪਤਾ ਹੀ ਨਹੀਂ ਸੀ ਵੀ ਕੁਦਰਤ ਨੇ ਕਿਹੜੇ ਪਾਸੇ ਉਹਨੂੰ। ਜੇ ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਜਦੋਂ ਪਤਾ ਲੱਗਾ, ਰੋਕਣ ਦੀ ਕੋਸ਼ਿਸ਼ ਨਹੀਂ ਹੋਈ ਪਰਿਵਾਰ ਵੱਲੋਂ, ਜਾਂ ਕਿੱਦਾਂ ਦੀਆਂ ਕੋਸ਼ਿਸ਼ਾਂ ਹੋਈਆਂ? ਉਸ ਤੋਂ ਬਾਅਦ ਜ਼ਿੰਦਗੀ ਨੇ ਕਿਸ ਤਰੀਕੇ ਦਾ ਪਲਟਾ ਲਿਆ? ਬਹੁਤ ਕੋਸ਼ਿਸ਼ ਕੀਤੀ ਰੋਕਣ ਦੀ। ਇੱਕ ਵਾਰੀ ਇੱਥੇ ਬੜੈਲ ਜੇਲ੍ਹ ਸੀ, ਅਤੇ ਉਦੋਂ ਮੇਰੇ ਕੋਲ ਉਹਨੇ ਮੈਨੂੰ ਕਿਹਾ ਵੀ ਡੈਡੀ ਭਾਵੇਂ ਜ਼ਮੀਨ ਵੇਚ ਦੇ, ਮੈਨੂੰ ਇੱਕ ਵਾਰੀ ਇੱਥੋਂ ਲੈ ਚੱਲ, ਮੈਂ ਇਸ ਨਰਕ 'ਚੋਂ ਨਿਕਲਣਾ ਚਾਹੁੰਦਾ। ਅਤੇ ਮੈਂ ਸਾਰੇ ਜੋ ਵੀ ਮੈਨੂੰ ਤਰੀਕਾ ਵਰਤਣਾ ਪਿਆ, ਮੈਂ ਵਰਤ ਕੇ ਸਾਰੇ ਕੇਸਾਂ 'ਚੋਂ ਬਰੀ ਕਰਾ ਲਿਆ ਸੀ ਉਹਨੂੰ। ਪਰ ਉਹ ਇੱਕ ਕਤਲ ਉੱਥੇ ਜਾ ਕੇ ਫਿਰ ਕਿਸੇ ਪੋਲੀਟੀਸ਼ੀਅਨ ਤੋਂ ਨਾਲ ਗਿਆ, ਅਤੇ ਉੱਥੇ ਕਤਲ ਹੋ ਗਿਆ ਉਹਦੇ ਤੋਂ। ਫਿਰ ਭਗੌੜਾ ਹੋ ਗਿਆ ਜੀ, ਜਦੋਂ ਬੇਲ ਹੋਈ, ਜਦੋਂ ਇੱਕ ਕੇਸ ਹੀ ਰਹਿ ਗਿਆ ਸੀ, ਬਾਕੀ ਸਾਰੇ ਬਰੀ ਕਰਾਤੇ ਸੀ ਜੀ ਕੇਸ ਉਹਦੇ। ਇਹ ਜਿਹੜਾ ਪੋਲੀਟੀਸ਼ੀਅਨ ਵਾਲਾ ਸ਼ਬਦ ਤੁਸੀਂ ਵਰਤਿਆ, ਬੜੀ ਹੈਰਾਨ ਕਰਨ ਵਾਲੀ ਗੱਲ ਹੈ। ਅਕਸਰ ਅਸੀਂ ਫਿਲਮਾਂ 'ਚ ਵੀ ਦੇਖਦੇ ਹਾਂ ਕਿ ਕਿਤੇ ਨਾ ਕਿਤੇ ਸਿਆਸੀ ਸ਼ਹਿ ਜਿਹੜੀ ਹੈ ਨਾ, ਉਹੀ ਨੁਕਸਾਨ ਕਰਦੀ ਹੈ। ਮੰਨ ਲਈ ਕਿ ਸ਼ੇਰੇ ਲਈ ਵੀ ਉਹੀ ਸ਼ਹਿ ਜਿਹੜੀ ਸੀਗੀ, ਉਹਦੇ ਕਰਕੇ ਨਤੀਜੇ ਭੁਗਤਣੇ ਪਏ। ਹਾਂਜੀ। ਪਹਿਲਾਂ ਤਾਂ ਅਸੀਂ ਜਦੋਂ ਪਹਿਲਾਂ ਫੜੀਚਾ ਹੈ, ਉਦੋਂ ਤਾਂ ਅਸੀਂ ਸਪੋਰਟਸ ਵਿਭਾਗ ਦਾ ਜ਼ਿੰਮੇਦਾਰ ਜੀ, ਕਿਉਂਕਿ ਉਹਨਾਂ ਨੇ ਇਹਦਾ ਜਿਹੜਾ ਰਾਈਟ ਸੀ ਉਹ ਨਹੀਂ ਦਿੱਤਾ ਗਾ। ਸਪੀਡ ਫੰਡ ਅਕੈਡਮੀ ਦੇ ਵਿੱਚ ਇਹਨੇ ਟਰਾਇਲ ਦਿੱਤਾ ਸੀ, ਅਤੇ ਦੂਜੇ ਮੁੰਡੇ ਨੂੰ ਸਿਲੈਕਟ ਕਰ ਲਿਆ, ਇਹਨੂੰ ਰਹਿਣ ਦਿੱਤਾ ਸੀ, ਜਦੋਂ ਕਿ ਟੋਪਰ ਇਹ ਸੀਗਾ। ਤਾਂ ਫਿਰ ਉਦੋਂ ਲੜਾਈ ਹੋ ਗਈ, ਉਹ ਜਿਹੜੇ ਮੁੰਡੇ ਨੂੰ ਸਿਲੈਕਟ ਕੀਤਾ ਇਹ ਆਪਸ ਵਿੱਚ ਲੜ ਲੁੜ ਪਏ, ਇਹਦੇ ਸੱਟਾਂ ਵੱਜ ਗਈਆਂ, ਉਹ ਫਿਰ ਇਸ ਪਾਸੇ ਹੋ ਗਿਆ ਜੀ, ਇਹ ਗਲਤ ਸੁਸਾਇਟੀ 'ਚ ਪੈ ਗਿਆ। ਫਿਰ ਇਹ ਫੜਿਆ ਗਿਆ, ਇਹਦੀ ਬੇਲ ਹੋ ਗਈ। ਬੇਲ ਹੋਣ ਤੋਂ ਬਾਅਦ ਇਹ ਤੋਬਾ ਕਰ ਗਿਆ ਸੀ ਇੱਕ ਵਾਰੀ ਬਿਲਕੁਲ,
ਮੰਨ ਲਈਏ ਕਿ ਸਿਸਟਮ ਹੀ ਕਿਤੇ ਨਾ ਕਿਤੇ ਬੰਦੇ ਨੂੰ ਖਰਾਬ ਕਰਨ ਦੇ ਵਿੱਚ ਇਸ ਵੇਲੇ ਇਦਾਂ ਦੀ ਭੂਮਿਕਾ ਨਿਭਾ ਰਿਹਾ, ਸਿਸਟਮ ਦੇ ਵਿੱਚ ਸੁਧਾਰ ਦੀ ਲੋੜ ਹੈ। ਬਿਲਕੁਲ ਜੀ ਬਿਲਕੁਲ, ਸਿਸਟਮ ਦੇ ਵਿੱਚ ਸੁਧਾਰ ਦੀ ਲੋੜ ਹੈ। ਸਾਡੇ ਸਮਾਜ ਦੇ ਵਿੱਚ ਵੀ ਜਿਹੜਾ ਇਹ ਜਿਹੜੇ ਆਪਣੇ ਆ ਗਾਇਕ ਨੇ ਜਾਂ ਇਹ ਵੀ ਗਨ ਕਲਚਰ ਇਹਨਾਂ ਨੂੰ ਹੀ ਖਤਮ ਕਰਨਾ ਜਦੋਂ ਚਾਹੀਦਾ। ਤੁਸੀਂ ਹੁਣੇ ਗੱਲ ਕਰ ਰਹੇ ਸੀ ਕਿ ਮਨਕੀਰਤ ਹੋ ਗਿਆ, ਗੁਰਨਾਮ ਹੋ ਗਿਆ, ਇਹ ਵੀ ਸ਼ੇਰੇ ਦੇ ਹੀ ਦੋਸਤ ਮਿੱਤਰ ਰਹੇ ਨੇ, ਇਹ ਤੋਂ ਸਿੱਖਦੇ ਰਹੇ ਨੇ ਉਹਨਾਂ ਦੇ ਕੋਲੋਂ, ਤਾਂ ਤੁਹਾਡੀ ਵੀ ਪਹੁੰਚ ਹੋਣੀ ਹੈ ਉਹਨਾਂ ਤੱਕ। ਤੁਹਾਡੇ ਤੁਸੀਂ ਦੱਸ ਵੀ ਰਹੇ ਸੀ ਕਿ ਗੁਰਨਾਮ ਰਿਸ਼ਤੇਦਾਰ ਹੀ ਹੈ ਤੁਹਾਡਾ, ਵੀ ਇਹਨਾਂ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਉਹ ਚੀਜ਼ਾਂ ਨਹੀਂ ਗਾਉਣੀਆਂ ਚਾਹੀਦੀਆਂ, ਉਹਨਾਂ ਨੂੰ ਨਹੀਂ ਪ੍ਰੈਜ਼ੈਂਟ ਕਰਨਾ ਚਾਹੀਦਾ ਇਸ ਵੇਲੇ। ਨਹੀਂ ਬਿਲਕੁਲ ਗੁਰਨਾਮ ਨਹੀਂ ਗਾਉਂਦਾ ਜੀ ਉਹਨੂੰ, ਹਾਂ ਉਹਦਾ ਤੁਸੀਂ ਕਿਤੇ ਸੁਣਿਆ ਨਹੀਂ ਹੋਣਾ ਗਾਣ। ਮਨਕੀਰਤ ਗਾਉਂਦਾ ਹੈ ਜੀ, ਉਹਨੂੰ ਬਹੁਤ ਕਿਹਾ ਹੈ ਤੇ ਉਹ ਕਹਿੰਦਾ ਬਾਪੂ ਸੁਣਦੇ ਆ ਲੋਕੀ, ਕੀ ਕਰੀਏ। ਪਰ ਹੁਣ ਨਹੀਂ, ਮੇਰੇ ਉਹਦਾ ਕਿਸਾਨੀ ਮੋਰਚੇ ਤੋਂ ਬਾਅਦ ਨਹੀਂ ਗੱਲਬਾਤ ਹੋਏਗੀ ਉਹਦੇ ਨਾਲ ਵੀ ਹੁਣ ਉਹਨੂੰ ਮੈਂ ਕਹਾਂ ਵੀ ਹੁਣ ਤੂੰ ਦੱਸ ਵੀ ਹੁਣ ਕਿਸਾਨੀ ਤੁਸੀਂ ਚੰਗੇ ਗਾਉਂਦੇ ਤੇ ਕਿਸਾਨ ਉਹ ਸੁਣਦੇ ਆ ਲੋਕੀ, ਵੀ ਤੁਸੀਂ ਚੰਗਾ ਗਾਓਗੇ ਤਾਂ ਵੀ ਸੁਣਨਗੇ ਲੋਕੀ। ਇਹ ਵੀ ਉਹਨਾਂ ਚੰਗਾ ਸੁਣਨਗੇ। ਇਹਨਾਂ ਨੂੰ ਕਲਾਕਾਰਾਂ ਨੂੰ ਅਪੀਲ ਹੈਗੀ ਵੀ ਚੰਗਾ ਹੀ ਗਾਓ। ਜੇ ਸ਼ੇਰੇ ਦੀ ਗੱਲ ਕਰੀਏ, ਸ਼ੇਰੇ ਦੇ ਜਾਣ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਕੀ ਤਬਦੀਲੀ ਆਈ? ਕੀ, ਕਿਉਂਕਿ ਬੜਾ ਦੁੱਖ ਹੁੰਦਾ ਕਿ ਪਿਤਾ ਨੂੰ ਪੁੱਤ ਦੇ ਅੰਤਿਮ ਵਿਦਾਇਗੀ ਕਰਨੀ ਪਵੇ, ਉਹਦੇ ਜਾਂਦੇ ਹੋਏ ਉਹਨੂੰ ਕੰਧਾ ਦੇਣਾ ਪਵੇ। ਇਹ ਬੇਟਾ ਸ਼ਬਦ ਜਿਹੜੇ ਨਾ ਇਹ ਅਨੁਭਵ ਕਰਨ ਵਾਲੀਆਂ ਚੀਜ਼ਾਂ ਨੇ, ਇਹ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਹੈਗੀਆਂ। ਹਾਂ, ਇਹ ਬਿਆਨ ਕਰਨ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਪੁੱਤ। ਇਹ ਪਰਮਾਤਮਾ ਕਰੇ ਵੀ ਇਹ ਅਨੁਭਵ ਕਿਸੇ ਨਾ ਹੋਵੇ ਜਿਹੜਾ ਮੈਨੂੰ ਜਿਹੜਾ ਅਨੁਭਵ ਹੋਇਆ ਪਰਮਾਤਮਾ ਕਿਸੇ ਨਾ ਕਰਾਵੇ। ਇਹ ਮੈਂ ਆਪਦੇ ਨਾਲ ਲੈ ਕੇ ਚਲਾ ਜਾ, ਮੇਰੇ ਤੋਂ ਬਾਅਦ ਜਿਹੜੇ ਆ ਸਭ ਸੁਖੀ ਵਸਣ। ਇਹ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਜੀ। ਸਾਡੇ ਨਾਲ ਵਿੱਕੀ ਗੌਂਡਰ ਦੇ ਵੀ ਪਿਤਾ ਨੇ। ਬਾਪੂ ਜੀ, ਬੜੀ ਹੈਰਾਨੀ ਹੁੰਦੀ ਹੈ, ਬੜੀ ਦਰਦ ਵੀ ਹੈਗਾ ਇਸ ਗੱਲ ਦਾ ਕਿ ਕਿਸੇ ਪਤਾ ਲੱਗੇ ਕਿ ਕਿਸ ਤਰੀਕੇ ਨਾਲ ਸਾਡਾ ਪੁੱਤ ਇੱਕ ਗਲਤ ਪਾਸੇ ਚਲੇ ਗਿਆ। ਵਿੱਕੀ ਬਾਰੇ, ਉਹਦੇ ਬਾਰੇ ਕਦੋਂ ਪਤਾ ਲੱਗਿਆ ਸੀ ਤੁਹਾਨੂੰ? ਵੀ ਨਾ ਵੀ ਜਦੋਂ ਹਾਲੀ ਛੋਟੀ ਉਮਰ ਜਦੋਂ ਇੱਥੇ ਪੜ੍ਹਦਾ ਹੁੰਦਾ ਸੀ, ਸਾਡੇ ਆਪਣੀ 6ਵੀਂ 7ਵੀਂ 'ਚ, ਅਤੇ ਉੱਥੋਂ ਚਲੋ ਘਰੋਂ ਇਹਨੇ ਪੜ੍ਹਨ ਚਲੇ ਜਾਣਾ ਸ਼ਾਮ ਨੂੰ, ਵਧੀਆ ਚੰਗਾ। ਬਾਕੀ ਇਹਨੂੰ ਸ਼ੌਂਕ ਸੀਗਾ ਵੀ ਜਿਹੜੇ ਬੱਚੇ ਬੁੱਚੇ ਜੇ ਬੱਚੀ ਫੜ ਲਿਆਉਣੀ, ਉਹ ਅੱਗੇ ਡੰਗਰ ਦਾ ਘਰ ਹੁੰਦਾ ਸੀ ਵੀ ਇਹਨੂੰ ਇਹਨਾਂ ਮੇਰੇ ਨਾਲ ਹੱਥ ਪੜ੍ਹਥੀ ਵੀ ਪਾਉਂਦਾ ਹੁੰਦਾ ਸੀ। ਬਾਅਦ ਜਦੋਂ ਫਿਰ ਇਹ ਕਰਦਿਆਂ ਇੱਥੇ ਪੜ੍ਹਦਾ ਇੱਥੇ ਫਿਰ ਖੇਡਾਂ ਲੱਗਣ ਲੱਗ ਜਾਂਦੀ ਨਾਲ, ਖੇਡਾਂ 'ਚ ਉੱਥੇ ਲੱਗਣ ਲੱਗ ਪਿਆ ਅਤੇ ਉਹ ਡਿਸਕਸ ਥਰੋ ਸੁੱਟਣ ਲੱਗ ਪਿਆ। ਇਹ ਥੋੜ੍ਹੇ ਜਿਹੇ ਚਿਰ ਦੇ ਵਿੱਚ ਹੀ ਇਹ ਜਵਾਨ ਚੰਗਾ ਸੀ ਅਤੇ ਖੁਰਾਕ ਖਰੂਕ ਕਹਿੰਦੀ ਮੰਮੀ ਪਹਿਲਾਂ ਇਹਨੂੰ ਆਵਾਜ਼ ਮਾਰ ਕੇ ਦੁੱਧ ਨਾਲ ਜਾ ਕੇ ਫਿਰ ਬਾਕੀ ਦੁੱਧ ਕਰ ਲਿਆਉਂਦੇ ਸੀ। ਖੇਡਾਂ 'ਚ ਤਾਂ ਬਹੁਤ ਵਧੀਆ ਸੀਗਾ, ਬਹੁਤ ਵਧੀਆ ਹੈ ਜੀ। ਉਹ ਫਿਰ ਬਾਅਦ ਵਿੱਚ ਜਦੋਂ ਇਹਨੇ ਉੱਥੋਂ 8ਵੀਂ ਪਾਸ ਕਰ ਲਈ ਅਤੇ ਮੇਰੇ ਜਿਹੜੇ ਯਾਰ ਬੇਲੀ ਵੀ ਸੀਗੇ ਸਕੂਲ ਦੇ ਜਿਹੜੇ ਮਾਸਟਰ, ਮੈਂ ਵੀ ਉਸੇ ਸਰਾਵਾਂ 'ਚ ਪੜ੍ਹਿਆ, ਸਰਾਂ ਬੋਲਣਾ 'ਚ, ਉਹ ਉੱਥੋਂ ਹੀ ਪੜ੍ਹ ਕੇ ਅਤੇ ਜਿਹੜੇ ਮੇਰੇ ਨਾਲ ਦੇ ਕਈ ਮੁੰਡੇ ਉੱਥੇ ਹੀ ਮਤਲਬ ਮਾਸਟਰ ਲੱਗ ਗਏ ਸੀ, ਉਹਨਾਂ ਨੇ ਮੈਨੂੰ ਵਧਾਈਆਂ ਦਿੱਤੀਆਂ। ਮੈਂ ਕਿਹਾ ਤੇਰਾ ਮੁੰਡਾ ਮਤਲਬ ਵੀ ਬਹੁਤ ਐਥਲੀਟ ਹੈ, ਇਹਨੂੰ ਕਿਸੇ ਚੰਗੀ ਜੇ ਇਹਨੂੰ ਵੀ ਆਪਾਂ ਚੰਗਾ ਗਾਈਡ ਕਰਾਂਗੇ, ਜੇ ਇਹਨੂੰ ਕਿ ਸਪੋਰਟਸ ਕਾਲਜ ਦੇ ਵਿੱਚ ਕਿਤੇ ਚੰਗਾ ਲੱਗ ਜੂਗਾ, ਇਹ ਤੇਰਾ ਨਾਂ ਚਮਕਾਊਗਾ। ਉਹ ਹੀ ਇਸੇ ਤਰ੍ਹਾਂ ਕਰਦਿਆਂ ਇੱਕ ਮੇਰੀ ਭੂਆ ਦਾ ਮੁੰਡਾ, ਉਹ ਕੋਚ ਸੀ, ਉਹ ਗੁਰੂ ਸਰ ਦਾ ਸੀ, ਉਹਦੇ ਇੱਥੇ ਲੱਗਾ ਸੀ। ਉਹ ਆਂਦਾ ਮੇਰਾ ਨਾ ਜਲੰਧਰ ਇੱਕ ਯਾਰ ਬੇਲੀ ਹੋ ਗਿਆ ਸਪੋਰਟਸ ਕਾਲਜ ਦੇ ਵਿੱਚ, ਅਤੇ ਮੈਂ ਉਹਦੇ ਨਾਲ ਗੱਲ ਕਰਦਾ। ਉਹਨੇ ਗੱਲ ਕੀਤੀ, ਉਹਨੇ ਆ ਜਾਓ। ਉਹਨੇ ਜਾ ਕੇ ਜਦੋਂ ਇਹਨੇ ਟਰਾਇਲ ਲਏ ਅਤੇ ਜਦੋਂ ਇਹਨੇ ਡਿਸਕਸ ਸੁੱਟੀ, ਉਹ ਜਿੱਥੇ ਉਹਨਾਂ ਮਤਲਬ ਵੀ ਉਹਨੇ 2 ਦਾ ਪਹਿਲਾਂ ਫਾਉਲ ਕਰਤੇ ਅਤੇ ਜਦ ਸਹੀ ਹੋ ਜਾ ਜਦੋਂ ਮਿਹਨਤੀ ਕਰਨ ਲੱਗੇ ਅਤੇ ਉਹ ਕਿਸੇ ਨੇ ਆਖਿਆ ਸਾਰਾ ਕੁਝ ਦਿਸ ਨਹੀਂ ਡੱਠਾ, ਇਹ ਕਿੱਥੇ ਡਿਸਕਸ ਕਿੱਥੇ, ਨਿਸ਼ਾਨ ਕਿੱਥੇ ਆ। ਉਦੋਂ ਮਤਲਬ ਉਹਨਾਂ ਨੇ ਆਖਿਆ ਮੈਨੂੰ ਵਧਾਈਆਂ ਦਿੱਤੀਆਂ, ਤੇਰਾ ਮੁੰਡਾ ਮਤਲਬ ਸਿਲੈਕਟ ਹੋ ਗਿਆ। ਸਾਲ ਕੁ ਇਸ ਤਰ੍ਹਾਂ ਮਤਲਬ ਰਿਹਾ, 1.5 ਸਾਲ ਬਾਅਦ ਉਸੇ ਕੋਈ ਨੇ ਮੈਨੂੰ ਆਖਤਾ ਵੀ ਮੁੰਡਾ ਭਾਈ ਤੇਰਾ ਸੰਭਾਲਿਆ ਜਾਂਦਾ ਜੀ। ਸੁੱਖੇ ਨਾਲ ਰਹਿਣ ਲੱਗ ਪਏ ਸੀ? ਹਾਂਜੀ, ਸੁੱਖੇ ਨਾਲ। ਅਤੇ ਉਹ ਮੈਂ ਉੱਥੇ ਗਿਆ, ਮੈਂ ਸੰਭਾਲਿਆ। ਮੈਨੂੰ ਨਹੀਂ ਇਹ ਪਈ ਹੁਣ ਜਦੋਂ ਪਾਣੀ ਲੰਘ ਚੁੱਕਾ, ਹੁਣ ਮੈਂ ਇਹਨੂੰ ਸਮਝਾਇਆ। ਮੈਂ ਕਿਹਾ ਤੂੰ ਜੇ ਨਹੀਂ ਇਸ ਤਰ੍ਹਾਂ ਕਰਨਾ ਤੂੰ ਮੇਰੇ ਨਾਲ ਆ ਜਾ। ਮੇਰੇ ਨਾਲ ਆ ਗਿਆ। ਮੈਂ BSF ਦੇ ਦਫ਼ਤਰ 'ਚ ਇਹਨੂੰ ਲੈ ਕੇ ਗਿਆ। ਉੱਥੇ ਜਾ ਕੇ ਉਹਨਾਂ ਨੇ ਵੇਖ ਕੇ ਇਹਨੂੰ ਡੰਡ ਕਢਾਏ, ਸਾਰਾ ਇਹਦਾ ਕੱਦ ਕਾਠ। ਉਹਨਾਂ ਨੇ ਆਖਿਆ ਵੀ ਤੂੰ ਉੱਥੇ ਸਰੀਰ ਨਾਲ ਚੰਗਾ ਵੀ ਇਹ ਮੁੰਡਾ ਤੇਰਾ ਹੋਇਆ ਹੀ ਹੋਇਆ। ਫਿਰ ਉਹਨਾਂ ਨੇ ਇੱਥੋਂ ਤੱਕ ਇਹਨੂੰ ਆਖਿਆ ਤੂੰ ਇਕੱਲਾ ਵੀ ਨਾ ਵੀ ਆਉਂਦਾ, ਤੂੰ ਆਪਦੇ ਅੱਗੇ 5-7, ਕਿਉਂਕਿ ਅਸੀਂ ਮੁੰਡਿਆਂ ਦੀ ਭਰਤੀ ਕਰਨੀ ਆ, ਅਤੇ 5-7 ਮੁੰਡੇ ਹੋਰ ਨਾਲ ਤੇਰੇ ਭਰਤੀ ਹੋ, ਤੇਰੇ ਯਾਰ ਬੇਲੀ। ਇਹ ਫਿਰ ਮਗਰੋਂ ਜਦੋਂ ਮੈਂ ਥੋੜ੍ਹੇ ਕੁ ਦਿਨਾਂ ਫਿਰ ਇਹ ਆਉਂਦਾ ਨਹੀਂ ਮੈਂ ਇਹਨੂੰ ਤਿਆਰ ਕਰੀ ਬੈਠਾ। ਅਤੇ ਉਹਨਾਂ ਤਰੀਕ ਵੀ ਦੱਸੀ ਵੀ ਇਸ ਤਰੀਕ ਨੂੰ ਭਰਤੀ ਆ। ਇਹ ਆਉਂਦਾ ਨਹੀਂ ਮੈਂ ਤਾਂ ਇੱਕ ਜਲੰਧਰ ਜਾਣਾ ਚਾਹੁੰਦਾ। ਮਗਰੋਂ ਫਿਰ ਨਹੀਂ, ਸੁੱਖੇ ਨਾਲ ਦੋਸਤੀ ਮੰਨ ਲਈ ਕਿ ਸੁੱਖੇ ਨਾਲ
ਸੁੱਖੇ ਨਾਲ ਆਇਆ ਨਾ, ਸੁੱਖਾ ਕੋਈ ਉੱਥੇ ਸਪੋਰਟ ਕਾਲਜ ਤੇ ਪੜ੍ਹਦਾ ਨਹੀਂ ਸੀ, ਉਹਦਾ ਨਾ ਲੋਫਰ ਸੀ ਵੀ ਉਹਨੂੰ ਵੀ ਇਹਨਾਂ ਨਾਲ ਨਾ ਜਦੋਂ ਕਿ ਕਿਤੇ ਗਰਾਊਂਡ 'ਚ ਖੇਡਦੇ ਹੁੰਦੇ ਸੀ ਨਾ, ਉਹਨੂੰ ਸ਼ੌਂਕ ਸੀ ਬਾਹਰ ਨਾ ਯਾਰਾਂ ਬੇਲੀਆਂ ਦੇ ਨਾਲ ਬਹਿਣਾ ਖਲੋਣਾ, ਉਵੇਂ ਜਿਹੋ ਜਿਹੇ ਰੰਗ ਤੋਂ ਹੁੰਦੀ ਸੀ ਇਹੋ ਜਿਹੇ ਰੰਗ ਤੋਂ ਸੁੱਖੇ ਕਾਲੋਂ ਨੇ ਇਹਨੂੰ ਦੇ ਦਿੱਤੀ। ਉਹ ਥੋੜ੍ਹੇ ਉਦੋਂ ਮੰਨ ਲਈ ਕਿ ਮਾੜੀ ਸੰਗਤ ਦਾ ਨਤੀਜਾ ਹੈ। ਮਾੜਨ ਮੈਨੂੰ ਜੇ ਗੱਲ ਦਾ ਪਤਾ ਹੁੰਦਾ, ਚਲੋ ਨਾ ਭਰਤੀ ਵੀ ਨਾ ਵੀ ਹੁੰਦਾ, ਚਲੋ ਮੈਂ ਕਾਰਵਾਈ 'ਚ ਵਾੜ ਲੈਂਦਾ ਤਾਂ ਵੀ ਮੈਂ ਚੰਗਾ ਹਾਂ। ਪਰ ਜਦੋਂ ਹੁਣ ਹੁੰਦਾ ਨਹੀਂ, ਉਹ ਮਾੜੀ ਸੰਗਤ ਦੇ ਬਹਿਣ ਕਰਕੇ ਇਹਨੇ ਫਿਰ ਘਰ ਦਾ ਸਾਡਾ ਆਓ ਜੇ ਵਾਈ ਕਰਨਾ ਪੈਂਦਾ, ਨਜ਼ਰਾਂ 'ਚ ਰਹਿੰਦਾ ਬੰਦਾ ਨਾਲ ਬਣੀ ਤਾਂ ਮੇਰੇ ਨਾਲ ਹੱਥ ਪੜਾ ਤੇ ਪਾਉਂਦਾ। ਚਲੋ ਅਸੀਂ ਹੁਣ ਸਾਰੀ ਦੁਨੀਆ ਕਰਦੀ ਹੈ ਜਾਂ ਇਸੇ ਠੇਕੇ 'ਤੇ, ਮੈਂ ਵੀ ਇਸੇ ਠੇਕੇ 'ਤੇ ਲੈ ਕੇ, ਮੇਰੀ ਜ਼ਮੀਨ ਆਪਦੀ ਥੋੜ੍ਹੀ ਆ ਅਤੇ ਮੈਂ ਇਸੇ ਠੇਕੇ 'ਤੇ ਲੈ ਕੇ ਚੰਗਾ ਵਧੀਆ ਮਾਰਾ ਰੋਟੀ ਖਾਈ ਦੀ ਹੈ। ਮੈਂ ਤਾਂ ਇਹ ਜਿਹੜੇ ਇਹਨਾਂ ਨੂੰ ਨੌਜਵਾਨ ਜਿਹੜੀ ਪੀੜ੍ਹੀ ਇਹਨਾਂ ਨੂੰ ਇਹੋ ਹੀ ਆਉਂਦੇ ਹਾਂ, ਇਹ ਤੁਸੀਂ ਪਈਏ ਜਿਹੜਾ ਰਾਹ ਮਾੜਾ ਛੱਡ ਦਿਓ, ਵੀ ਤੁਸੀਂ ਆਪਣੀ ਮਾਂ ਬਾਪ ਦੇ ਨਾਲ ਰਹੋ। ਜੇ ਨਹੀਂ ਨੌਕਰੀਆਂ ਮਿਲਦੀਆਂ ਤਾਂ ਤੁਸੀਂ ਹੋਰ ਬੜੇ ਧੰਦੇ ਆ। ਆਹੀ ਮੈਂ ਸੰਦੇਸ਼ ਦੇਣਾ। ਹੱਥੀ ਮਿਹਨਤ ਕਰ ਸਕਦੇ ਇਹਦੇ। ਜੇ ਗੌਂਡਰ ਦੀ ਗੱਲ ਕਰੀਏ ਵਿੱਕੀ ਦੀ, ਤਾਂ ਉਹਦੇ ਜਾਣ ਤੋਂ ਬਾਅਦ ਕੀ ਤਬਦੀਲੀਆਂ ਆਈਆਂ? ਤਬਦੀਲੀਆਂ ਹੁੰਦੇ ਜੇ ਹੁਣ ਤਾਂ ਅਸੀਂ ਤਾਂ ਦਿਨ ਹੀ ਕੱਟਣੇ ਆ। ਕੋਈ ਤਬਦੀਲੀ ਤਾਂ ਹੋਵੇ ਨਾ ਵੀ ਮੇਰੇ 'ਤੇ ਹੁਸਨ ਆ ਗਿਆ, ਵੀ ਮੇਰਾ ਮੁੰਡਾ ਮੈਨੂੰ ਤੰਗ ਕਰਦਾ ਹੁੰਦਾ ਸੀ ਵੀ ਮੈਂ ਹੁਣ ਬੜਾ ਸੌਖੀ ਹਾਂ। ਹੁਣ ਉਹਦਾ ਅਥਰੂ ਹੁਣ ਤਾਂ ਦਿਹਾੜੀ 'ਤੇ ਜਦੋਂ ਬਾਹਰ ਫੋਟੋ ਵੇਖੀ ਦੀਆਂ, ਅੰਦਰ ਫੋਟੋਆਂ ਲੱਗੀਆਂ ਜਾਂ ਅੰਦਰ ਵੜੀ ਦਾ, ਤਾਂ ਵੀ ਅੱਖਾਂ 'ਚ ਅਥਰੂ ਆ ਜਾਂਦੇ। ਜੇ ਕੋਈ ਯਾਰ ਬੇਲੀ ਕੋਈ ਮਿਲਦਾ ਅਤੇ ਉਦੋਂ ਜੇ ਕਿ ਹੁੰਦਾ ਕੋਈ ਵਿਆਹ ਸ਼ਾਦੀ ਹੁੰਦਾ ਅਤੇ ਉਦੋਂ ਆਪਦੇ ਅਥਰੂ ਲਗਾਈ ਦੇ ਆ ਵੀ ਜੇ ਘਰ ਵਾਲਾ ਕਿਸੇ ਨੇ ਵੇਖ ਲਿਆ ਉਹਨੇ ਸਾਡਾ ਖੁਸ਼ੀ ਦਾ ਮੌਸਮ ਹੈ ਅਤੇ ਇਹ ਵੇਖ ਹੁੰਦਾ ਨਹੀਂ ਬੇਸ਼ਗਨ ਕਰਦਾ ਫਿਰਦਾ। ਉੱਥੇ ਵੀ ਹੁੰਦਾ ਨਹੀਂ, ਬੈਠੇ ਚੁੱਪ ਕਰਕੇ ਬੈਠੇ ਰਹੀਦਾ। ਨੌਜਵਾਨ ਮੁੰਡਿਆਂ ਦੇ ਵਿਆਹ ਹੁੰਦੇ ਦੇਖਦੇ ਤਾਂ ਫਿਰ ਬਾਕੀ ਦਾ ਵੀ ਜੱਗੇ ਸਾਡਾ ਵੀ ਹੁੰਦਾ, ਅਸੀਂ ਵੀ ਆਪਦੇ ਚਾਅ ਮਲਾਪ ਪੂਰੇ ਕਰਦੇ, ਵਿਆਹ ਕਰਦੇ, ਘਰ ਨੂੰ ਆਉਂਦੀ ਪੋਤਰੇ ਹੁੰਦੇ। ਬੜੀਆਂ ਹੈਰਾਨ ਕਰਨ ਵਾਲੀਆਂ, ਬੜੀਆਂ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਨੇ। ਅਸੀਂ ਹੋਰ ਜ਼ਿਆਦਾ ਗੱਲਬਾਤ ਨਹੀਂ ਕਰਨੀ ਇਸ ਕਰਕੇ, ਕਿਉਂਕਿ ਨਤੀਜੇ ਬੜੇ ਮਾੜੇ ਨੇ। ਨਤੀਜੇ ਅਜਿਹੇ ਨੇ ਕਿ ਜਿਨ੍ਹਾਂ ਨੂੰ ਸ਼ਬਦਾਂ ਦੇ ਵਿੱਚ ਬੰਨ੍ਹਿਆ ਨਹੀਂ ਜਾ ਸਕਦਾ। ਕਾਂਗਰਸ ਦੇ ਯੂਥ ਪ੍ਰਧਾਨ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਅਸੀਂ ਇਹਨਾਂ ਚੀਜ਼ਾਂ ਦੇ ਖਿਲਾਫ ਹੁਣ ਆਵਾਜ਼ ਬੁਲੰਦ ਕਰੀਏ ਕਿ ਬਹੁਤ ਸਾਰੇ ਲੋਕ ਇਸ ਕਲਚਰ ਵੱਲ ਲਗਾਤਾਰ ਜਾ ਰਹੇ ਨੇ, ਉਸ ਕਲਚਰ ਤੋਂ ਬਚਿਆ ਜਾਵੇ। ਵਰਿੰਦਰ ਢਿੱਲੋਂ ਵੀ ਸਾਡੇ ਨਾਲ ਨੇ, ਅਸੀਂ ਉਹਨਾਂ ਦੇ ਨਾਲ ਵੀ ਅਖੀਰ ਤੇ ਜਾਂਦੇ ਜਾਂਦੇ ਗੱਲ ਕਰ ਲੈਂਦੇ ਹਾਂ। ਢਿੱਲੋਂ ਸਾਹਿਬ, ਬੜੀ ਦਰਦ ਦੀ ਗੱਲ ਹੈ, ਬੜੀ ਦੁੱਖ ਦੀ ਗੱਲ ਹੈ ਕਿ ਲੋਕ ਗਲੋਰੀਫਾਈ ਕਰਕੇ ਦਿਖਾਉਂਦੇ ਨੇ ਇਹਨਾਂ ਚੀਜ਼ਾਂ ਨੂੰ। ਇਹਨਾਂ ਪਰਿਵਾਰਾਂ ਨੇ ਉਹ ਸੰਤਾਪ ਹੰਢਾਇਆ, ਇਹਨਾਂ ਨੇ ਉਹ ਦੁੱਖ ਦੇਖਿਆ, ਇਹਨਾਂ ਨੂੰ ਪਤਾ ਅਸਲੀਅਤ ਕੀ ਹੈਗੀ ਹੈ। ਤੁਸੀਂ ਆਪਣੇ ਵੱਲੋਂ ਇਹ ਕੋਸ਼ਿਸ਼ ਆਰੰਭਣ ਦੀ ਕੋਸ਼ਿਸ਼ ਕਰ ਰਹੇ ਹੋ, ਮੁਹਿੰਮ ਛੇੜਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਲੋਕਾਂ ਤੱਕ ਪਹੁੰਚ ਕੀਤੀ ਜਾਵੇ। ਕਿਸ ਤਰੀਕੇ ਨਾਲ ਪਹੁੰਚ ਕਰੋਗੇ? ਕਿਉਂਕਿ ਗੀਤ ਗਾਇਕ ਤਾਂ ਆਹੀ ਕੁਛ ਪ੍ਰੈਜ਼ੈਂਟ ਕਰ ਰਹੇ ਨੇ ਕਿ ਇਹ ਬੜੀ ਗਲੋਰੀਫਾਈ ਜ਼ਿੰਦਗੀ ਹੈ। ਦੇਖੋ, ਤੁਹਾਡੇ ਰਾਹੀਂ ਇਹੀ ਅਪੀਲ ਕਰਨਾ ਚਾਹੁੰਦੇ ਹਾਂ। ਅੱਜ ਵੀ ਪ੍ਰੈਸ ਕਾਨਫਰੰਸ ਇਹੀ ਕੀਤੀ ਔਰ ਅੰਕਲ ਉਹਨਾਂ ਨੂੰ ਲਿਆਉਣ ਦਾ ਵੀ ਇਹ ਮਕਸਦ ਸੀ ਵੀ ਮੁੰਡਿਓ ਕਾਹਦੀ ਚੜ੍ਹਾਈ ਦੇ ਵਿੱਚ ਵੇਖਦੇ ਹੋ। ਮਾਂ ਪਿਓ ਦੇ ਜੇ ਮਗਰੋਂ ਕੋਈ, ਅਸੀਂ ਵੀ ਜਾਣਦੇ ਸੀ ਇਹਨਾਂ ਸਾਰਿਆਂ ਨੂੰ, ਲੇਕਿਨ ਅੱਜ ਨਹੀਂ ਪੁੱਛ ਪਾਉਂਦੇ। ਤੁਸੀਂ ਜਿੰਨਾ ਮਰਜ਼ੀ ਕਹੀ ਜਾਣ ਵੀ ਯਾਰ ਦੋਸਤ, ਇਹ ਸਭ ਗੱਲਾਂ ਰਹਿ ਜਾਂਦੀਆਂ ਇੱਥੇ, ਇਹ ਸਭ ਗੱਲਾਂ ਹੀ ਰਹਿ ਜਾਂਦੀਆਂ। ਕੋਈ ਅਵੱਲਾ ਹੀ ਹੁੰਦਾ ਹੋਊਗਾ, ਲੇਕਿਨ ਮੈਕਸੀਮਮ ਅਗਰ ਤੁਸੀਂ ਹਾਲਾਤ ਵੇਖੋਗੇ ਤੇ ਔਰ ਲੱਗਦਾ ਹੀ ਆ ਵੀ ਇਸ ਲਾਈਨ ਦੇ ਵਿੱਚ ਬਹੁਤ ਕੁਛ ਲੱਭ ਜਾਂਦਾ ਜਾਂ ਕਰਨ ਨੂੰ ਹੋ ਜਾਂਦਾ। ਕਈਆਂ ਨੂੰ ਮੈਂ ਇੱਕ ਨੂੰ ਪੁੱਛਿਆ ਸੀਗਾ, ਉਹ ਕਹਿੰਦਾ ਵੀ ਭਾਜੀ ਕੀ ਕਰਨਾ ਜ਼ਿੰਦਗੀ 'ਚ, ਦੁਕਾਨ ਹੀ ਚਲਾਉਣੀ ਸੀਗੀ। ਉਹਦੇ ਨਾਲੋਂ ਇੱਥੇ ਤੇ ਉਹਦੇ ਨਾਲੋਂ ਦੁਕਾਨ ਨਾਲੋਂ ਤਾਂ ਅੱਜ ਵੀ ਪੁੱਛ ਲਓ ਉਹਨਾਂ ਤੋਂ, ਅੱਜ 10 ਸਾਲਾਂ ਬਾਅਦ, ਕਿਉਂਕਿ ਅੱਜ ਨੌਜਵਾਨਾਂ ਦੀ ਸੋਚ ਨੂੰ ਬਦਲਣ ਦੀ ਲੋੜ ਆ, ਨੌਜਵਾਨਾਂ ਦੇ ਇਸ ਅੰਦਾਜ਼ ਨੂੰ ਬਦਲਣ ਦੀ ਲੋੜ ਆ। ਤੁਸੀਂ ਵੇਖੋਗੇ ਗਾਣੇ ਲਾ ਕੇ ਉਹ ਆਪਣਾ ਸਨੈਪਚੈਟਾਂ 'ਤੇ, ਇੰਸਟਾਗ੍ਰਾਮ 'ਤੇ, ਰੀਲਸ ਦੇ ਉੱਤੇ ਉਹ ਗਾਣਾ ਲਾ ਕੇ ਮੁੰਡਾ ਫੀਲਿੰਗ ਜਿਸ 'ਚ ਉਹ ਰਹਿ ਰਿਹਾ ਹੁੰਦਾ, ਦਿਮਾਗ ਹੌਲੀ ਹੌਲੀ ਐਂ ਪਲਟ ਜਾਂਦਾ ਦੂਜੇ ਪਾਸੇ ਨੂੰ। ਇਹ ਹੁਣ ਜਿਹੜੀ ਮੁਹਿੰਮ ਛੇੜ ਰਹੇ ਹੋ, ਇਹ ਅੱਜ ਤੁਸੀਂ ਉਹਨਾਂ ਦੋ ਪਿਤਾਵਾਂ ਨੂੰ ਲੈ ਕੇ ਆਏ ਹੋ ਜਿਨ੍ਹਾਂ ਨੇ ਇਹ ਸਿੱਧੇ ਤੌਰ 'ਤੇ ਦੁੱਖ ਝੱਲਿਆ ਹੈਗਾ। ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੋਸ਼ਿਸ਼ਾਂ ਕਰਨੀਆਂ ਨੇ, ਕਿਸ ਤਰੀਕੇ ਨਾਲ ਇਸ ਮੁਹਿੰਮ ਨੂੰ ਅੱਗੇ ਲੈ ਕੇ ਜਾਣਾ ਤਾਂ ਜੋ ਨੌਜਵਾਨ ਪੀੜ੍ਹੀ ਇਸ ਤੋਂ ਦੂਰ ਹੋਵੇ? ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਰਕਾਰ ਦੇ ਵਿੱਚ ਤੁਸੀਂ ਹੋ, ਕਿਸ ਤਰੀਕੇ ਦੀਆਂ ਕੋਸ਼ਿਸ਼ਾਂ ਰਹਿਣਗੀਆਂ 4 ਸਾਲਾਂ ਬਾਅਦ? ਇਹ ਕੋਸ਼ਿਸ਼ ਕਿਉਂ? ਦੇਖੋ, ਪਹਿਲੀ ਗੱਲ ਤਾਂ ਜਦੋਂ ਗੁਰਲਾਲ ਦੀ ਉਹਨੇ ਸਾਡੇ ਭਰਾ ਦੀ ਹੱਤਿਆ ਹੋਈ ਤੇ ਸਾਨੂੰ ਬੜਾ ਮਹਿਸੂਸ ਹੋਇਆ ਵੀ ਗਲਤ ਹੋ ਗਿਆ, ਇੱਕ ਨੌਜਵਾਨ ਮੁੰਡਾ ਚਲਾ ਗਿਆ। ਦੂਜੇ ਪਾਸੋਂ ਵੀ ਨੌਜਵਾਨ ਹੀ ਸੀਗੇ। ਮਸਲਾ ਉਸ ਚੀਜ਼ ਨੂੰ ਤਾਂ ਨਹੀਂ ਅਸੀਂ ਮਤਲਬ ਦਰੁਸਤ ਕਰ ਸਕਦੇ, ਉਸ ਚੀਜ਼ ਦਾ ਤਾਂ ਚਲੋ ਕੀ ਉਹਦੇ ਵਿੱਚ ਅਸੀਂ ਉਹਦੇ ਵਿੱਚ ਬੋਲਣ ਦਾ ਕੋਈ ਤੁੱਕ ਨਹੀਂ ਬਣਦਾ, ਲੇਕਿਨ ਕੀ ਨੌਜਵਾਨਾਂ ਨੂੰ ਅਸੀਂ ਰੋਕ ਸਕਦੇ ਹਾਂ ਇਸ ਰਾਹ ਨੂੰ ਚੱਲਣ ਨੂੰ? ਅੱਜ ਉੱਥੇ ਕਈ ਨੌਜਵਾਨ ਇਹੋ ਜਿਹੇ ਜਿਹੜੇ ਸ਼ਾਇਦ ਪਹਿਲੀ ਵਾਰ ਕੇਸ 'ਚ ਫਸ ਗਏ, ਕੀ ਅਸੀਂ ਉਹ ਨੌਜਵਾਨਾਂ ਦਾ ਕੋਈ ਭਲਾ ਕਰ ਸਕਦੇ ਹਾਂ? ਉਹ ਨੌਜਵਾਨਾਂ ਨੂੰ
ਐਵੀਨਿਊਜ਼ ਦੇ ਸਕਦੇ ਹਾਂ। ਜਦੋਂ ਕਾਲਜ ਵਿੱਚ ਹੁੰਦੇ ਆ ਉਹਨਾਂ ਦੀ ਕਾਉਂਸਲਿੰਗ ਹੋ ਸਕਦੀ ਆ, ਉਹਨਾਂ ਦੇ ਉਦੋਂ ਮੈਂਟਲ ਡਿਪਰੈਸ਼ਨ ਦੇ ਵਿੱਚ ਜਾਣ ਤੋਂ ਪਹਿਲਾਂ ਜਾਂ ਇਸ ਚੀਜ਼ ਨੂੰ ਇਸ ਪੱਖੋਂ ਸੋਚਣ ਤੋਂ ਪਹਿਲਾਂ ਕੀ ਅਸੀਂ ਉਹਨਾਂ ਨੂੰ ਰੋਕ ਸਕਦੇ ਹਾਂ। ਜਿਹੜਾ ਗਲੋਰੀਫਿਕੇਸ਼ਨ ਆ ਜਿਹੜੀ ਕੀ ਉਹ ਸਿੰਗਰਸ ਦੇ ਬਾਰੇ ਸਰਕਾਰ ਕੋਈ ਸਟੈਪ ਚੁੱਕ ਸਕਦੀ ਆ? ਕੀ ਮੀਡੀਆ, ਜਿਵੇਂ ਤੁਸੀਂ ਵੀ ਇੱਕ ਉਹਦੇ ਅੰਦਰ ਬੜਾ ਵੱਡਾ ਰੋਲ ਪਲੇ ਕਰਦੇ ਹੋ ਉਸ ਗਲੋਰੀਫਿਕੇਸ਼ਨ ਨੂੰ, ਕੀ ਆਪਾਂ ਉਸ ਚੀਜ਼ ਨੂੰ ਰੋਕ ਸਕਦੇ ਹਾਂ ਕਿਤੇ ਪੱਖੋਂ? ਕਿਸੇ ਖਬਰ ਨੂੰ ਕਿਸ ਤਰੀਕੇ ਨਾਲ ਚਲਾਉਣਾ, ਕਿਵੇਂ ਉਸ ਚੀਜ਼ ਨੂੰ ਉਹਦਾ ਹੱਲ ਕੱਢਣਾ? ਸੋ ਇਹ ਵੱਡੇ ਸਵਾਲ ਆ ਜਿਹਦਾ ਅਸੀਂ ਇੱਕ ਆਪਣੇ ਯੂਥ ਆਰਗੇਨਾਈਜੇਸ਼ਨ ਰਾਹੀਂ ਅਸੀਂ ਇਸ ਚੀਜ਼ ਨੂੰ ਲੋਕਾਂ ਦੀ ਡੋਮੇਨ 'ਚ ਲੈ ਕੇ ਜਾਣਾ ਚਾਹੁੰਦੇ ਹਾਂ, ਪਬਲਿਕ ਡੋਮੇਨ 'ਚ ਲੈ ਕੇ ਜਾਣਾ ਚਾਹੁੰਦੇ ਹਾਂ ਔਰ ਉਹਨਾਂ ਨੂੰ ਇਸ ਬਾਰੇ ਚਰਚਾ ਕਰਾਉਣਾ ਚਾਹੁੰਦੇ ਹਾਂ। ਸਿੰਗਰਸ ਵੀ ਇਸ ਬਾਰੇ ਸੋਚਣ, ਆਰਟਿਸਟ ਵੀ ਸੋਚਣ, ਮੀਡੀਆ ਵੀ ਸੋਚੇ, ਸਰਕਾਰ ਵੀ ਸੋਚੇ, ਸਰਕਾਰ ਦੇ ਚਲਾਉਣ ਵਾਲੇ ਵੀ ਸੋਚਣ, ਆਰਗੇਨਾਈਜੇਸ਼ਨਸ ਵੀ ਸੋਚੇ ਔਰ ਫਿਰ ਇਸ ਚੀਜ਼ ਬਾਰੇ ਅਗਰ ਆਪਾਂ ਜਿਹੜੇ ਇਸ ਦੇ ਕਲਪਰੇਟਸ ਆ ਉਹਨਾਂ ਨੂੰ ਆਪਾਂ ਅਸਲੀ ਗੁਨਾਹਗਾਰਾਂ ਨੂੰ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ। ਅਖੀਰ ਤੇ ਜੇ ਅਸੀਂ ਗੱਲ ਕਰੀਏ, ਕਿਉਂਕਿ ਸਰਕਾਰ ਦੇ ਵਿੱਚ ਤੁਸੀਂ ਉਹ ਕੋਈ ਬੋਰਡ ਬਣ ਜਾਵੇ, ਲੋਕਾਂ ਤੱਕ ਇਦਾਂ ਦੇ ਗੀਤ ਹੀ ਨਾ ਜਾਣ, ਕਿਉਂਕਿ ਗੀਤਾਂ ਦਾ ਬਹੁਤ ਪ੍ਰਭਾਵ ਰਹਿੰਦਾ। ਅਸੀਂ ਦੇਖਦੇ ਹਾਂ ਕਿ ਇਦਾਂ ਦੀਆਂ ਕੋਸ਼ਿਸ਼ਾਂ ਹੋਣਗੀਆਂ। ਤੁਹਾਡੇ ਵੀ ਬਹੁਤ ਸਾਰੇ ਗਾਇਕ ਮਿੱਤਰ ਨੇ ਜਿਹੜੇ ਇਸ ਵੇਲੇ ਅਜਿਹੇ ਗੀਤ ਗਾ ਰਹੇ ਨੇ, ਤਾਂ ਉਹਨਾਂ ਤੱਕ ਤੁਸੀਂ ਨਿੱਜੀ ਤੌਰ ਤੇ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਕਿ ਇਦਾਂ ਦੇ ਗੀਤ ਨਾ ਲਿਆਏ ਜਾਣ, ਇਸ ਤੋਂ ਇਲਾਵਾ ਕੁਛ ਆਪਾਂ ਹੋਰ ਕਰ ਲਈਏ? ਮੈਂ ਤਾਂ ਹਰ ਵਾਰ ਉਹਨਾਂ ਨੂੰ ਕਹਿੰਦਾ ਵੀ ਰਹਿੰਦਾ ਵਾਂ, ਕੋਸ਼ਿਸ਼ ਵੀ ਕਰਦਾ ਵਾਂ, ਲੇਕਿਨ ਮੈਂ ਇਹ ਕਹਿੰਦਾ ਵੀ ਸਰਕਾਰ ਬੋਰਡ ਬਣਾ ਦੂਗੀ। ਤੁਸੀਂ ਵੇਖ ਲਓ, ਮੈਂ ਕਹਿਣਾ ਨਹੀਂ ਚਾਹੁੰਦਾ, ਤੁਸੀਂ ਇੰਟਰਵਿਊ ਲੈਣੀਆਂ ਬੰਦ ਕਰ ਸਕਦੇ ਹੋ ਉਹਨਾਂ ਬੰਦਿਆਂ ਦੀ ਜਿਹੜੇ ਇਸ ਗੱਲ ਨੂੰ ਪ੍ਰਮੋਟ ਕਰਦੇ। ਕਿਸੇ ਨੂੰ ਤਾਂ ਪਹਿਲ ਕਰਨੀ ਪਊਗੀ ਨਾ। ਕੀ ਆਪਾਂ ਉਸ ਬੰਦਿਆਂ ਦਾ ਇੱਕ ਬੋਇਕਾਟ ਕਰ ਸਕਦੇ ਹਾਂ ਯਾਰ ਵੀ ਨਹੀਂ ਯਾਰ ਇਹਨੇ ਆਹ ਗਾਣਾ ਗਾਇਆ, ਇਸ ਚੀਜ਼ ਦਾ ਆਪਾਂ ਕੋਈ ਉਹਦਾ ਹੱਲ ਕੱਢ ਸਕਦੇ? ਜਦ ਤੱਕ ਆਪਾਂ ਕੋਈ ਡੈਟਰੈਂਟ ਜਾਂ ਕੋਈ ਇਸ ਚੀਜ਼ ਦਾ ਇੱਕ ਐਗਜ਼ਾਮਪਲ ਨਹੀਂ ਸੈੱਟ ਕਰਾਂਗੇ, ਜਦ ਤੱਕ ਆਪਾਂ ਉਸ ਚੀਜ਼ ਨੂੰ ਸੋਸ਼ਲੀ ਉਸ ਚੀਜ਼ ਦੀ ਐਕਸੈਪਟੇਬਿਲਟੀ ਜਿਹੜੀ ਬਣਦੀ ਆ, ਅੱਜ ਇਸ ਚੀਜ਼ ਦੀ ਐਕਸੈਪਟੇਬਿਲਟੀ ਜਿਹੜੀ ਚੀਜ਼ ਦੀ ਸੋਸ਼ਲ ਐਕਸੈਪਟੇਬਿਲਟੀ ਨਹੀਂ ਬਣਦੀ, ਉਹ ਚੀਜ਼ ਆਪਣੇ ਆਪ ਹੌਲੀ ਹੌਲੀ ਬਾਹਰ ਹੋ ਜਾਂਦੀ ਆ। ਲੇਕਿਨ ਇਹ ਅੱਜ ਇਸ ਚੀਜ਼ ਦੀ ਸੋਸ਼ਲ ਐਕਸੈਪਟੇਬਿਲਟੀ ਬਣ ਚੁੱਕੀ ਆ। ਅੱਜ ਕੋਈ ਇਸ ਚੀਜ਼ ਨੂੰ ਬੁਰਾ ਨਹੀਂ ਮੰਨਦਾ, ਅੱਜ ਕੋਈ ਇਸ ਚੀਜ਼ ਨੂੰ ਉਹਦੇ ਬਾਰੇ ਬੋਲਦਾ ਨਹੀਂ। ਠੀਕ ਆ, ਸਾਡੇ ਵਰਗੀ ਇੱਕ ਅੱਧੀ ਆਵਾਜ਼ ਕਿਤੇ ਉੱਠਦੀ ਆ, ਔਖੀ ਵੀ ਹੈ ਆਵਾਜ਼, ਬੋਲਣਾ ਬਹੁਤ ਸੌਖਾ, ਲੇਕਿਨ ਇਹਦੇ ਨੁਕਸਾਨ ਭੁਗਤਣੇ ਪੈਂਦੇ ਬਹੁਤ ਨਤੀਜੇ। ਬਿਲਕੁਲ, ਕਿਉਂਕਿ ਕਈ ਚੀਜ਼ਾਂ ਹੋ ਜਾਂਦੀਆਂ ਨਾਲ ਜਿਹੜੀਆਂ ਪਰਦੇ ਦੇ ਪਿੱਛੇ ਹੁੰਦੀਆਂ, ਮੀਡੀਆ ਵੀ ਨਹੀਂ ਦਿਖਾ ਸਕਦਾ, ਸਰਕਾਰ ਵੀ ਨਹੀਂ ਬੋਲ ਸਕਦੀ, ਬਹੁਤ ਸਾਰੀਆਂ ਚੀਜ਼ਾਂ ਨੇ, ਬੜੇ ਪ੍ਰੈਸ਼ਰ ਰਹਿੰਦੇ ਨੇ ਇਹਨਾਂ ਚੀਜ਼ਾਂ ਦੇ। ਤਾਂ ਇਹਨੂੰ ਕਿੱਦਾਂ ਹੁਣ ਟੈਕਲ ਕਿੱਦਾਂ ਕਰਨਾ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ, ਉਹੀ ਮੈਂ ਪੁੱਛਣ ਦੀ ਕੋਸ਼ਿਸ਼ ਕਰ ਰਿਹਾ। ਤੁਸੀਂ ਵੀ ਇਹ ਗੱਲ ਕਹਿ ਰਹੇ ਹੋ ਕਿ ਮੀਡੀਆ ਵੀ ਦਿਖਾਉਂਦਾ, ਮੀਡੀਆ ਦੀਆਂ ਵੀ ਜ਼ਿੰਮੇਵਾਰੀਆਂ ਤੈਅ ਹੋਣੀਆਂ ਬਣਦੀਆਂ ਨੇ। ਮੀਡੀਆ ਕਿਸ ਤਰੀਕੇ ਨਾਲ ਇਸ ਚੀਜ਼ਾਂ ਨੂੰ ਅੱਗੇ ਲੈ ਕੇ ਆਉਂਦਾ, ਮੀਡੀਆ ਉਹਨਾਂ ਲੋਕਾਂ ਤੱਕ ਕਿਸ ਮੌਕੇ 'ਤੇ ਪਹੁੰਚ ਕਰ ਰਿਹਾ, ਇਹ ਵੀ ਸਵਾਲ ਸਾਡੇ ਜ਼ਿਹਨ ਦੇ ਵਿੱਚ ਰਹਿੰਦੇ ਨੇ ਹਮੇਸ਼ਾ ਕਿ ਅਸੀਂ ਕੀ ਚੀਜ਼ਾਂ ਪ੍ਰਮੋਟ ਕਰਨੀਆਂ। ਰੋਜ਼ਾਨਾ ਸਪੋਕਸਮੈਨ ਦੀ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਚੰਗੀਆਂ ਚੀਜ਼ਾਂ ਲੋਕਾਂ ਤੱਕ ਲੈ ਕੇ ਜਾਈਏ। ਇਸੇ ਕਰਕੇ ਇਸ ਖਬਰ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਕਿ ਸੁਨੇਹਾ ਜਾਣਾ ਚਾਹੀਦਾ ਹੈ ਕਿ ਇਹ ਚੀਜ਼ਾਂ ਦੇ ਵਿੱਚ ਕੁਝ ਨਹੀਂ ਰੱਖਿਆ। ਪਰ ਸਰਕਾਰ ਦੀ ਭੂਮਿਕਾ ਸਭ ਤੋਂ ਅਹਿਮ ਰਹਿੰਦੀ ਹੈ। ਹੁਣ ਸਰਕਾਰ ਤੱਕ ਕੋਈ ਆਪਣੇ ਵੱਲੋਂ ਬਲੂ ਪ੍ਰਿੰਟ ਲੈ ਕੇ ਜਾ ਰਹੇ ਹੋ, ਕੋਈ ਇੱਦਾਂ ਦੀ ਚੀਜ਼ ਲੈ ਕੇ ਜਾ ਰਹੇ ਹੋ ਵੀ ਆਪਾਂ ਆਉਣ ਵਾਲੇ ਦਿਨਾਂ ਵਿੱਚ ਆਹ ਚੀਜ਼ਾਂ ਕਰ ਲਈਏ? ਜੀ ਬਿਲਕੁਲ ਕੋਸ਼ਿਸ਼ ਹੈਗੀ ਆ। ਦੇਖੋ ਸਾਡੇ ਕੋਲ ਕੋਈ ਲੰਮੇ ਚੌੜੇ ਪਰਮਾਨੈਂਟ ਸੋਲੂਸ਼ਨਸ ਤਾਂ ਹੈ ਨਹੀਂ, ਲੇਕਿਨ ਇੱਕ ਕੋਸ਼ਿਸ਼ ਆ। ਜਿਵੇਂ ਅਸੀਂ ਕੈਰੀਅਰ ਕਾਉਂਸਲਿੰਗ ਦੀ ਗੱਲ ਕਰਦੇ ਹਾਂ, ਉਵੇਂ ਹੀ ਆਪਾਂ ਇੱਕ ਮੈਂਟਲ ਲੈਵਲ ਦੇ ਉੱਤੇ ਬੱਚਿਆਂ ਦੀ ਕਾਉਂਸਲਿੰਗ ਦੀ ਗੱਲ ਕਰੀਏ। ਉਹ ਨੌਜਵਾਨ ਉਸ ਜਦੋਂ ਅਹਿਮ ਸਟੈਪ 'ਚ ਹੁੰਦੇ, ਜਦੋਂ ਕਿਸੇ ਦੇ ਸਹਾਰਾ ਭਾਲਦੇ ਹੁੰਦੇ ਆ ਜਾਂ ਜਦੋਂ ਕੋਈ ਗਾਈਡੈਂਸ ਭਾਲਦੇ ਹੁੰਦੇ ਆ, ਉਸ ਸਮੇਂ ਦੇ ਵਿੱਚ ਉਹਨਾਂ ਨਾਲ ਵਾਰਤਾਲਾਪ ਕਰੀਏ, ਉਹਨਾਂ ਨਾਲ ਗੱਲਬਾਤ ਕਰੀਏ। ਸਰਕਾਰ ਨੂੰ ਕਾਲਜ ਲੈਵਲ ਦੇ ਉੱਤੇ, ਯੂਨੀਵਰਸਿਟੀ ਲੈਵਲ ਦੇ ਉੱਤੇ ਇਹਦਾ ਕਰਨਾ ਚਾਹੀਦਾ। ਉਵੇਂ ਹੀ ਗਾਈਡਲਾਈਨਸ ਇਸ਼ੂ ਕਰਨੀਆਂ ਚਾਹੀਦੀਆਂ ਵਾ ਵੀ ਇੱਕ ਮੀਡੀਆ ਵਾਸਤੇ, ਆਰਟਿਸਟ ਵਾਸਤੇ ਵੀ ਯਾਰ ਵੀ ਇਸ ਚੀਜ਼ ਦਾ ਪਰਹੇਜ਼ ਕਰੋ। ਇਸ ਚੀਜ਼ ਜਿਹੜੀ ਅਨਲੌਫੁਲ ਗੱਲ ਆ ਉਹਦੇ ਬਾਰੇ ਪਰਹੇਜ਼ ਕਰੋ, ਉਹਨੂੰ ਗਲੋਰੀਫਾਈ ਨਾ ਕਰੋ। ਗਲੋਰੀਫਿਕੇਸ਼ਨ ਹੀ ਇਸ ਚੀਜ਼ ਦਾ ਬਹੁਤ ਵੱਡਾ ਕਾਰਨ ਰਿਹਾ ਵਾ, ਕਿਉਂਕਿ ਮੈਨੂੰ ਇਹ ਪਤਾ ਵੀ ਨੌਜਵਾਨ ਦੀ ਇੰਨੀ ਸਮਝ ਨਹੀਂ ਹੁੰਦੀ, ਜਦੋਂ ਇਹ ਸਟੈਪ ਚੁੱਕ ਲੈਂਦਾ ਫਿਰ ਉਹ ਤੋਂ ਵਾਪਸੀ ਨਹੀਂ ਹੁੰਦੀ, ਵਾਪਸੀ ਨਹੀਂ ਹੋ ਸਕਦੀ ਇਸ ਚੀਜ਼ ਦੀ। ਔਰ ਇਸੇ ਕਰਕੇ ਫਿਰ ਉਹ ਧੱਸ ਜਾਂਦਾ ਵਾ, ਫਿਰ ਉਹ ਚਾਹ ਕੇ ਵੀ ਵਾਪਸ ਨਹੀਂ ਆ ਸਕਦਾ। ਸੋ ਇਹ ਸਾਡੀ ਕੋਸ਼ਿਸ਼ ਆ ਔਰ ਇਸ ਚੀਜ਼ ਨੂੰ ਅਸੀਂ ਜ਼ਰੂਰ ਕੋਸ਼ਿਸ਼ ਨੂੰ ਕਾਮਯਾਬ ਕਰਾਂਗੇ। ਸੋ ਕੁੱਲ ਮਿਲਾ ਕੇ ਬੜੇ ਭਿਆਨਕ ਨਤੀਜੇ ਰਹਿੰਦੇ ਨੇ ਇਹਨਾਂ ਚੀਜ਼ਾਂ ਦੇ। ਇਸ ਦੇ ਵਿੱਚੋਂ ਬੰਦਾ ਬਾਹਰ ਨਹੀਂ ਨਿਕਲ ਪਾਉਂਦਾ, ਤਾਂ ਇਹੀ ਕੋਸ਼ਿਸ਼ ਅੱਜ ਕੀਤੀ ਜਾ ਰਹੀ ਹੈ ਕਿ ਇਸ ਪਾਸੇ ਬੰਦਾ ਨਾ ਹੀ ਜਾਵੇ। ਤਾਂ ਬਹੁਤ ਸਾਰੇ ਪਰਿਵਾਰਾਂ ਨੇ ਵੀ ਇਸ ਦੇ ਵਿੱਚ ਆਪਣੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਸ ਗੈਂਗਸਟਰਵਾਦ ਜਿਹੜਾ ਹੈਗਾ ਇਹ ਤੋਂ ਬਚਿਆ ਜਾਵੇ। ਤਾਂ ਇਸ ਦੇ ਨਤੀਜੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਰਿਵਾਰ ਕਿਸ ਤਰੀਕੇ ਨਾਲ ਬਾਅਦ ਵਿੱਚ ਚਿੰਤਾਵਾਂ ਦੇ ਵਿੱਚ ਰਹਿੰਦੇ ਨੇ, ਦੁੱਖ ਦੇ ਵਿੱਚ ਰਹਿੰਦੇ ਨੇ। ਤਾਂ ਪੁੱਛਣ ਵਾਲਾ ਕੋਈ ਨਹੀਂ ਹੁੰਦਾ। ਲੱਖ ਕੋਈ ਕਹਿ ਦੇਵੇ ਕਿ ਅਸੀਂ ਤੁਹਾਡੇ ਨਾਲ ਆ, ਪਰ ਨਾਲ ਉਹੀ ਹੁੰਦੇ ਨੇ ਜਿਹੜੇ ਆਪਣੇ ਹੁੰਦੇ ਨੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਸੁਖਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ ਟੀਵੀ, ਚੰਡੀਗੜ੍ਹ।